ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡਾਉਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਏਹਾ ਪਾਈ ਮੂੰਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਚੌਥਾ। ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਏ ਹਾਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਏ ਹਾਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਤਿਉ ਹਰ ਜਨ ਹਰ ਹਰ ਜਪ ਕਰੇ ਅੰਤ ਲਏ ਛੁਡਾਏ। ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਧਨ ਖੱਟੈ ਆਸਾ ਕਰੈ ਮਾਇਆ ਮੋਹ ਵਧਾਵੈ। ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ। ਬਿਖ ਸੰਚੈ ਹਟ ਬਾਣੀਆ ਬਹਿ ਹਾਟ ਕਮਾਏ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ। ਇਹੋ ਮਾਇਆ ਮੋਹ ਕਟੰਬ ਹੈ ਭਾਏ ਦੂਜੈ ਪਾਸ।
ਗੁਰਮਤੀ ਸੋ ਜਨ ਤਰੈ, ਜੋ ਦਾਸਨ ਦਾਸ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਪਰਗਾਸ। ਗੁਰਮਤੀ ਸੋ ਜਨ ਤਰੈ, ਸੋ ਦਾਸਨ ਦਾਸ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਗੌੜੀ ਗੁਆਰੇਰੀ ਮਹੱਲਾ ਚੌਥਾ। ਗੌੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ। ਗੁਆਰੇਰੀ ਜਾਤੀ ਹੈ ਗੌੜੀ ਰਾਗਣੀ ਦੀ। ਚਾਰ ਜਾਤੀਆਂ ਹਨ ਕਿ ਗੌੜੀ ਰਾਗ ਦੇ ਅੰਦਰ, ਗੁਆਰੇਰੀ ਜਾਤੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਦ੍ਰਿਸ਼ਟਾਂਤ ਦੇ ਦੇ ਕੇ ਇਸ ਮਨੁੱਖ ਨੂੰ ਸਮਝਾ ਰਹੇ ਹਨ, ਇਸ ਜੀਵ ਨੂੰ, ਸੰਸਾਰੀ ਜੀਵ ਨੂੰ ਸਮਝਾ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਕਿਰਸਾਣੀ ਕਿਰਸਾਨ ਕਰੇ। ਜਿਵੇਂ ਕਿਰਸਾਨ ਜ਼ਿਮੀਂਦਾਰ ਆਪਣਾ ਜੀਓ ਲੋਚਾ ਜੀਓ ਲਾਏ, ਆਪਣਾ ਜੀਓ ਆਪਣੇ ਦਿਲ ਨੂੰ ਲਾ ਕੇ ਕਿਰਸਾਣੀ ਖੇਤੀ ਕਰਨ ਦੀ ਲੋਚਾ ਚਾਹਨਾ ਕਰਦਾ ਹੈ। ਕਿਰਸਾਣੀ ਕਿਰਸਾਨ ਕਰੇ, ਲੋਚਾ ਜੀਓ ਲਾਏ, ਕਿ ਜਿਵੇਂ ਕਿਰਸਾਨ ਜ਼ਿਮੀਂਦਾਰ ਆਪਣਾ ਜੀਓ ਦਿਲ ਲਾ ਕੇ ਖੇਤੀ ਕਰਨ ਦੀ ਚਾਹਨਾ ਕਰਦਾ ਹੈ ਅਤੇ ਸੁਵਖਤੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਜ਼ਮੀਨ ਨੂੰ ਵਾਹੁਣ ਵਾਸਤੇ ਉਦਮ ਕਰਕੇ ਹਲ ਨੂੰ ਜੋਤਦਾ, ਜੋੜਨਾ ਕਰਦਾ ਹੈ। ਹਲ ਜੋਤਦਾ, ਉਦਮ ਕਰੇ ਕਿ ਸੁਭ ਵਕਤ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜ਼ਮੀਨ ਨੂੰ ਵਾਹੁਣ ਵਾਸਤੇ ਉਦਮ ਕਰਕੇ ਹਲ ਜੋਤਦਾ, ਹਲ ਨੂੰ ਜੋੜਨਾ ਕਰਦਾ ਹੈ ਅਤੇ ਮੇਰਾ ਪੁੱਤ ਧੀ ਖਾਏ ਅਤੇ ਇਸ ਵਿੱਚੋਂ ਅਨਾਜ ਪੈਦਾ ਹੋਵੇਗਾ, ਉਹ ਅਨਾਜ ਮੇਰਾ ਪੁੱਤਰ, ਮੇਰੀ ਧੀ ਆਦਿਕ ਪਰਿਵਾਰ ਖਾਏਗਾ। ਇਹ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਸੇ ਹੀ ਪ੍ਰਕਾਰ ਜੋ ਗੁਰਮੁਖ ਹਨ,
ਉਹ ਕਿਰਸਾਨ ਬਣ ਕੇ ਆਪਣੀ ਦੇਹ ਰੂਪੀ ਧਰਤੀ ਵਿੱਚ ਪਰਮੇਸ਼ਰ ਦੀ ਭਗਤੀ ਰੂਪੀ ਕਿਰਸਾਣੀ ਭਗਤੀ ਰੂਪੀ ਖੇਤੀ ਨੂੰ ਆਪਣਾ ਜੀਓ ਆਪਣਾ ਹਿਰਦਾ ਲਾ ਕੇ ਕਰਨ ਦੇ ਤਾਂ ਹੀ ਚਾਹੁੰਦੇ ਹਨ। ਜਿਵੇਂ ਕਿਰਸਾਨ ਖੇਤੀ ਕਰਦਾ ਹੈ ਦਿਲ ਲਾ ਕੇ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਲ ਜੋੜਦਾ ਹੈ, ਇਹ ਚਾਹੁੰਦਾ ਹੈ ਕਿ ਖੇਤੀ ਦੇ ਵਿੱਚੋਂ ਅਨਾਜ ਪੈਦਾ ਹੋਵੇ, ਮੇਰਾ ਪੁੱਤ ਧੀ ਖਾਏ, ਮੇਰਾ ਪੁੱਤਰ ਮੇਰਾ ਧੀ ਆਦਿਕ ਪਰਿਵਾਰ ਖਾਏਗਾ। ਇਸੇ ਹੀ ਪ੍ਰਕਾਰ ਜੋ ਗੁਰਮੁਖ ਜਨ ਹਨ ਉਹ ਕਿਰਸਾਨ ਬਣ ਕੇ ਆਪਣੀ ਦੇਹ ਰੂਪੀ ਧਰਤੀ ਵਿੱਚ ਪਰਮੇਸ਼ਰ ਦੀ ਭਗਤੀ ਰੂਪੀ ਖੇਤੀ ਨੂੰ ਆਪਣਾ ਜੀਓ ਆਪਣਾ ਹਿਰਦਾ ਲਾ ਕੇ ਕਰਨ ਦੇ ਤਾਂ ਹੀ ਚਾਹੁੰਦੇ ਹਨ, ਲੋਚਦੇ ਹਨ। ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਕੇ, ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਕੇ ਭਗਤੀ ਰੂਪੀ ਖੇਤੀ ਨੂੰ ਕਰਨ ਰੂਪ ਵਾਹੁਣ ਵਾਸਤੇ ਸਤ ਸੰਤੋਖ ਨੂੰ ਬੈਲ ਬਣਾ ਕੇ ਵਿਚਾਰ ਰੂਪੀ ਹਲ ਜੋੜਨਾ ਕਰਦੇ ਹਨ ਕਿ ਮੇਰਾ ਮਨ ਰੂਪੀ ਪੁੱਤਰ ਤੇ ਬੁੱਧ ਰੂਪੀ ਧੀ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਨਿਹਾਲ ਹੋਣਗੇ। ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਤਿਉ ਤਿਵੇਂ ਹੀ ਪਰਮੇਸ਼ਰ ਦੇ ਜਨ ਪਰਮੇਸ਼ਰ ਦੇ ਦਾਸ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦਾ ਜਪ ਕਰੇ ਜਾਪ ਕਰਦੇ ਹਨ। ਕਿਉਂਕਿ ਹਰ ਅੰਤ ਛਡਾਏ, ਕਿਉਂਕਿ ਉਹਨਾਂ ਦਾ ਨਿਸ਼ਚਾ ਹੈ, ਉਹਨਾਂ ਨੂੰ ਯਕੀਨ ਹੈ ਕਿ ਹਰ ਅੰਤ ਛਡਾਏ ਹਰੀ ਪਰਮੇਸ਼ਰ ਅੰਤ ਸਮੇਂ ਸਾਨੂੰ ਜਮਾ ਤੋਂ ਛਡਾ ਲਵੇਗਾ। ਤਿਉ ਹਰ ਜਨ ਹਰ ਹਰ ਜਪ ਕਰੇ, ਤਿਵੇਂ ਹੀ ਹਰੀ ਪਰਮੇਸ਼ਰ ਦੇ ਜਨ ਦਾਸ ਸੇਵਕ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ। ਕਿਉਂਕਿ ਉਹਨਾਂ ਦਾ ਨਿਸ਼ਚਾ ਹੁੰਦਾ ਹੈ ਪਰਮੇਸ਼ਰ ਦੇ ਭਗਤਾਂ ਦਾ ਸੇਵਕਾਂ ਦਾ ਕਿ ਪਰਮੇਸ਼ਰ ਅੰਤ ਸਮੇਂ ਸਾਨੂੰ ਜਮਾ ਤੋਂ ਛੁਡਾ ਲਏਗਾ। ਇਹ ਪਹਿਲਾ ਪ੍ਰਕਰਨ ਪੂਰਾ ਹੋਇਆ। ਉਸ ਤੋਂ ਬਾਅਦ ਰਹਾਉ ਦੇ ਬੰਦ ਵਿੱਚ ਮਹਾਰਾਜ ਜੀ ਚੌਥੇ ਪਾਤਸ਼ਾਹ ਸਮਝਾ ਰਹੇ ਹਨ, ਮੈਂ ਮੂਰਖ ਕੀ ਗਤ ਕੀਜੈ ਮੇਰੇ RAM, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ। ਇਹ ਦੋ ਪੰਕਤੀਆਂ ਵਿੱਚ ਰਹਾਉ ਦੇ ਬੰਦ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ ਇਸ ਜੀਵ ਨੂੰ ਕਿ ਜੇ ਇਹ ਜੀਵ ਬਾਣੀ ਮੁਤਾਬਕ ਜਿਵੇਂ ਇਹ ਬਾਣੀ ਕਹਿ ਰਹੀ ਹੈ, ਇਹ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰੇ ਮਹਾਰਾਜ ਮੂਹਰੇ, ਗਲਤੀਆਂ ਮੰਨੇ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਕਿ ਜੇ ਇਹ ਗਲਤੀਆਂ ਮੰਨੇ, ਕਹੇ ਕਿ ਮੈਂ ਮੂਰਖ ਕੀ ਗਤ ਕੀਜੈ ਮੇਰੇ RAM, ਹੇ ਮੇਰੇ RAM ਰਮੇ ਹੋਏ ਵਾਹਿਗੁਰੂ ਪਰਮੇਸ਼ਰ, ਮੇਰੇ ਸ਼ਾਸਤਰ ਗਿਆਨ ਪਦਾਰਥ ਦੀ ਸੂਝ ਤੋਂ, ਕਿ ਮੈਂ ਸ਼ਾਸਤਰ ਗਿਆਨ ਪਰਮਾਰਥ ਦੀ ਸੂਝ ਤੋਂ ਮੂਰਖ ਹਾਂ, ਬੇਸਮਝ ਹਾਂ, ਕਿ ਬੇਸਮਝ ਦੀ ਕਲਿਆਣ ਕਰੋ। ਮੈਂ ਮੂਰਖ ਹਾਂ ਕਿ ਮੇਰੀ ਕਲਿਆਣ ਕਰੋ। ਮੈਂ ਮੂਰਖ ਕਿ ਮੈਂ ਮੂੰਹ ਆਦਿਕ ਦੀਆਂ ਇੰਦਰੀਆਂ ਨੂੰ ਰਸਾਂ ਕਸਾਂ ਤੋਂ ਰੱਖ ਕੇ ਰੋਕ ਕੇ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ, ਕਿਰਪਾ ਕਰਕੇ ਆਪ ਜੀ ਮੇਰੀ ਕਲਿਆਣ ਕਰੋ। ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ, ਹੇ ਹਰੀ ਹੇ ਵਾਹਿਗੁਰੂ ਪੂਜਨੀਕ ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਕਾਮ ਕਾਰਜ ਵਿੱਚ ਸਾਨੂੰ ਲਾਉਣਾ ਕਰੋ। ਪਰਮੇਸ਼ਰ ਅੱਗੇ ਇਹ ਇਉਂ ਬੇਨਤੀਆਂ ਕਰੇ ਜੇ ਕਿ ਹੇ ਮੇਰੇ RAM ਰਮੇ ਹੋਏ ਪਰਮੇਸ਼ਰ, ਮੈਂ ਸ਼ਾਸਤਰ ਗਿਆਨ ਪਰਮਾਰਥ ਦੀ ਸੂਝ ਤੋਂ ਮੂਰਖ ਬੇਸਮਝ ਹਾਂ, ਕਿ ਮੇਰੀ ਬੇਸਮਝ ਦੀ ਕਲਿਆਣ ਕਰੋ। ਗੁਰ ਸਤਿਗੁਰ ਸੇਵਾ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ, ਹੇ ਹਰੀ ਹੇ ਵਾਹਿਗੁਰੂ ਕਿ ਪੂਜਨੀਕ ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਟਹਿਲ ਦੇ ਕਾਰਜ ਵਿੱਚ ਸਾਨੂੰ ਲਾਉਣਾ ਕਰੋ।
ਕਿ ਜਿਸ ਕਰਕੇ ਸਾਡੀ ਕਲਿਆਣ ਹੋ ਜੇ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ, ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਧਨ ਖੱਟੈ ਆਸਾ ਕਰੈ, ਮਾਇਆ ਮੋਹ ਵਧਾਵੈ, ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ। ਇਸ ਪੰਗਤੀਆਂ ਦੇ ਵਿੱਚ ਵੀ, ਇਸ ਪਦੇ ਦੇ ਵਿੱਚ ਵੀ ਮਹਾਰਾਜ ਜੀ ਦ੍ਰਿਸ਼ਟਾਂਤ ਦੇ ਦੇ ਕੇ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਘੋੜੇ ਲੈ ਕੇ ਸੌਦਾਗਰੀ ਵਪਾਰ ਕਰ ਲਈ, ਸੌਦਾਗਰ ਵਪਾਰੀ ਲੋਕ ਦੇਸਾਂ ਪ੍ਰਦੇਸਾਂ ਵੱਲ ਧਾਵੈ ਦੌੜਦੇ ਹਨ, ਭਾਵ ਜਾਂਦੇ ਹਨ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਜਿਸ ਪ੍ਰਕਾਰ ਤੁਰੇ ਹੁੰਦਾ ਘੋੜੇ ਲੈ ਕੇ ਸੌਦਾਗਰੀ ਵਪਾਰ ਕਰਨ ਲਈ, ਸੌਦਾਗਰ ਵਪਾਰੀ ਲੋਕ ਦੇਸਾਂ ਪ੍ਰਦੇਸਾਂ ਵੱਲ ਧਾਵੈ ਦੌੜਦੇ ਹਨ, ਜਾਂਦੇ ਹਨ। ਭਾਵ ਇੱਕ ਮੰਡੀ ਵਿੱਚੋਂ ਘੋੜੇ ਖਰੀਦ ਕੇ ਵਪਾਰ ਲਈ ਦੂਸਰੀ ਮੰਡੀ ਵਿੱਚ ਧਾ ਜਾਂਦੇ ਹਨ, ਦੌੜ ਕੇ ਜਾਂਦੇ ਹਨ। ਇਸੇ ਪ੍ਰਕਾਰ ਨਾਮ ਦੇ ਵਪਾਰੀ ਸਤ ਸੰਤੋਖ ਆਦਿਕ ਸ਼ੁਭ ਗੁਣਾ ਰੂਪੀ ਘੋੜਿਆਂ ਨੂੰ ਸਾਧ ਸੰਗਤ ਰੂਪੀ ਮੰਡੀ ਵਿੱਚੋਂ ਖਰੀਦ ਕੇ ਸੌਦਾਗਰੀ ਵਪਾਰ ਕਰਨ ਵਾਸਤੇ ਗੁਰਾਂ ਦੀ ਸ਼ਰਨ ਵਿੱਚ ਦੌੜ ਕੇ ਜਾਂਦੇ ਹਨ। ਧਨ ਖੱਟੈ ਆਸਾ ਕਰੈ, ਮਾਇਆ ਮੋਹ ਵਧਾਵੈ, ਕਿ ਉਹ ਵਪਾਰੀ ਜਿਹੜੇ ਘੋੜੇ ਲੈ ਕੇ ਵਪਾਰ ਕਰਨ ਲਈ ਵਪਾਰੀ ਲੋਕ ਦੇਸਾਂ ਪ੍ਰਦੇਸਾਂ ਵਿੱਚ ਜਾਂਦੇ ਹਨ, ਕਿ ਧਨ ਖੱਟੈ ਆਸਾ ਕਰੈ, ਉਹ ਵਪਾਰੀ ਧਨ ਨੂੰ ਖੱਟਦੇ ਹਨ ਅਤੇ ਆਸਾ ਕਰਦੇ ਹਨ ਕਿ ਘੋੜਿਆਂ ਦੀ ਸੌਦਾਗਰੀ ਵਿੱਚ ਸਾਡੇ ਤਾਂ ਹੀ ਨਫਾ ਹੋਵੇ। ਇਉਂ ਆਪਣੇ ਚਿੱਤ ਵਿੱਚ ਮਾਇਆ ਮੋਹ ਵਧਾਵੈ, ਮਾਇਆ ਦਾ ਮੋਹ ਵਧਾਉਂਦੇ ਰਹਿੰਦੇ ਹਨ ਕਿ ਮਾਇਆ ਇਕੱਠੀ ਹੋਵੇ। ਇਸੇ ਕਰਕੇ ਉਹ ਵਪਾਰੀ ਧਨ ਨੂੰ ਖੱਟਦੇ ਹਨ ਅਤੇ ਆਸਾ ਕਰਦੇ ਹਨ ਕਿ ਘੋੜਿਆਂ ਦੀ ਸੌਦਾਗਰੀ ਦੇ ਵਿੱਚੋਂ, ਘੋੜਿਆਂ ਦੇ ਵਪਾਰ ਵਿੱਚੋਂ ਸਾਡੇ ਤਾਈਂ ਨਫਾ ਹੋਵੇ। ਇਉਂ ਆਪਣੇ ਚਿੱਤ ਵਿੱਚ ਮਾਇਆ ਦਾ ਮੋਹ ਵਧਾਉਂਦੇ ਰਹਿੰਦੇ ਹਨ ਕਿ ਮਾਇਆ ਇਕੱਠੀ ਹੋ ਜਾਏ। ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਹੈ ਕਿ ਧਨ ਖੱਟੈ ਆਸਾ ਕਰੈ, ਮਾਇਆ ਮੋਹ ਵਧਾਵੈ। ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਦੇ ਵਪਾਰੀ ਸਤਿਗੁਰਾਂ ਪਾਸੋਂ ਨਾਮ ਰੂਪ ਧਨ ਦੀ ਖੱਟੀ ਖੱਟਦੇ ਹਨ। ਪਰਮੇਸ਼ਰ ਦੇ ਨਾਮ ਦੇ ਵਪਾਰੀ ਸਤਿਗੁਰਾਂ ਪਾਸੋਂ ਨਾਮ ਰੂਪ ਧਨ ਦੀ ਖੱਟੀ ਖੱਟਦੇ ਹਨ ਅਤੇ ਆਸਾ ਰੱਖਦੇ ਹਨ ਕਿ ਸ਼ੁਭ ਗੁਣਾ ਰੂਪੀ ਘੋੜਿਆਂ ਦੀ ਸੌਦਾਗਰੀ ਨਾਲ ਸਾਡੇ ਤਾਈਂ ਨਫਾ ਹੋਵੇ। ਇਉਂ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਰੂਪ ਮਾਇਆ ਦਾ ਮੋਹ ਵਧਾਉਂਦੇ ਰਹਿੰਦੇ ਹਨ ਕਿ ਸਾਡੇ ਅੰਦਰ ਪਰਮੇਸ਼ਰ ਦੀ ਭਾਉ ਭਗਤੀ ਪ੍ਰਗਟ ਹੋਵੇ, ਪ੍ਰਤੱਖ ਹੋਵੇ। ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ। ਤਿਵੇਂ ਹਰੀ ਦਾ ਜਨ, ਹਰੀ ਦਾ ਦਾਸ, ਹਰੀ ਦਾ ਸੇਵਕ ਪਰਮੇਸ਼ਰ ਦੇ ਨਾਮ ਨੂੰ ਬੋਲਤਾ ਬੋਲਦਾ ਹੈ। ਤਿਉ ਹਰ ਜਨ ਹਰ ਹਰ ਬੋਲਤਾ, ਤਿਉ ਤਿਵੇਂ ਹਰੀ ਦਾ ਜਨ, ਹਰੀ ਦਾ ਦਾਸ। ਹਰੀ ਪਰਮੇਸ਼ਰ ਦੇ ਨਾਮ ਨੂੰ ਹਰ ਹਰ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਕਿਉਂਕਿ ਹਰ ਬੋਲ ਸੁਖ ਪਾਵੈ। ਕਿਉਂਕਿ ਹਰੀ ਦਾ ਜਸ ਬੋਲਣ ਕਰਕੇ ਹੀ ਆਤਮਿਕ ਸੁਖ ਪਾਉਂਦਾ ਹੈ, ਅੰਦਰ ਦੇ ਸੁਖ ਨੂੰ ਪਾਉਂਦਾ ਹੈ ਨਾਮ ਉਚਾਰਨ ਕਰਕੇ। ਤੀਸਰੇ ਪਦੇ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਬਿਕ ਸੰਚੈ ਹਟ ਬਾਣੀਆਂ, ਬਹਿ ਹਾਟ ਕਮਾਏ। ਮੋਹ ਝੂਠ ਪਸਾਰਾ ਝੂਠ ਕਾ, ਝੂਠੇ ਲਪਟਾਏ। ਤਿਉ ਹਰ ਜਨ ਹਰ ਧਨ ਸੰਚਿਆ, ਹਰ ਖਰਚ ਲੈ ਜਾਏ। ਤੀਜੇ ਪਦੇ ਦੇ ਵਿੱਚ ਇਸ ਤਿੰਨ ਪੰਗਤੀਆਂ ਵਿੱਚ
ਮਹਾਰਾਜ ਜੀ ਨੇ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕੀਤਾ ਹੈ। ਬਿਖ ਸੰਚੈ ਹਟ ਬਾਣੀਆਂ ਬਹਿ ਹਾਟ ਕਮਾਏ। ਦ੍ਰਿਸ਼ਟਾਂਤ ਹੈ ਜਿਵੇਂ ਹਟ ਬਾਣੀਆਂ, ਹੱਟੀ ਵਾਲਾ। ਬਾਣੀਆਂ ਹੱਟੀ ਵਿੱਚ ਬੈਠ ਕੇ ਕਮਾਈ ਕਰਕੇ। ਬਿਖ ਸੰਚੈ ਕਿ ਬਿਖ ਮਾਇਆ ਇਕੱਠੀ ਕਰਦਾ ਹੈ। ਬਿਖ ਸੰਚੈ ਹਟ ਬਾਣੀਆਂ ਬਹਿ ਹਾਟ ਕਮਾਏ। ਜਿਵੇਂ ਹਟ ਬਾਣੀਆਂ, ਹੱਟੀ ਵਾਲਾ ਬਾਣੀਆਂ ਹੱਟੀ ਵਿੱਚ ਬੈਠ ਕੇ ਕਮਾਈ ਕਰਕੇ ਮਾਇਆ ਇਕੱਠੀ ਕਰਦਾ ਹੈ। ਇਸੇ ਪ੍ਰਕਾਰ ਬਾਣੀਏ ਦੀ ਨਿਆਈ, ਹਰੀ ਦਾ ਸੇਵਕ, ਪਰਮਾਤਮਾ ਦੀ ਭਗਤੀ ਜੋ ਵਿਸ਼ਿਆਂ ਦੀ ਵਿਉ ਨੂੰ ਨਾਸ ਕਰਨ ਵਾਲੀ ਹੈ, ਉਸ ਭਗਤੀ ਨੂੰ ਸੰਚੈ, ਉਸ ਭਗਤੀ ਨੂੰ ਇਕੱਤਰ ਕਰਦਾ ਹੈ, ਇਕੱਠੀ ਕਰਦਾ ਹੈ ਅਤੇ ਸਤਸੰਗ ਰੂਪੀ ਹੱਟੀ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਹੈ। ਬਿਖ ਸੰਚੈ ਹਟ ਬਾਣੀਆਂ ਬਹਿ ਹਾਟ ਕਮਾਏ। ਇਸੇ ਪ੍ਰਕਾਰ ਬਾਣੀਏ ਦੀ ਨਿਆਈ, ਹਰੀ ਦਾ ਸੇਵਕ, ਪਰਮਾਤਮਾ ਦੀ ਭਗਤੀ ਜੋ ਵਿਸ਼ਿਆਂ ਦੀ ਵਿਉ ਨੂੰ ਨਾਸ ਕਰਨ ਵਾਲੀ ਹੈ, ਉਸ ਭਗਤੀ ਨੂੰ ਸੰਚੈ ਇਕੱਤਰ ਕਰਦਾ ਹੈ, ਇਕੱਠੀ ਕਰਦਾ ਹੈ ਅਤੇ ਸਤ ਸੰਗਤ ਰੂਪੀ ਹੱਟੀ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਹੈ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਹਨ ਕਿ ਇਹ ਮਾਇਆ ਦਾ ਮੋਹ ਝੂਠਾ ਹੈ। ਮੋਹ ਝੂਠਾ, ਇਹ ਮਾਇਆ ਦਾ ਮੋਹ ਝੂਠਾ ਹੈ ਤੇ ਪਸਾਰਾ ਝੂਠ ਕਾ, ਇਸ ਦਾ ਪਸਾਰਾ, ਇਸ ਦਾ ਵਿਸਥਾਰ, ਜੋ ਮਾਇਆ ਦਾ ਵਿਸਥਾਰ ਫੈਲਿਆ ਹੋਇਆ ਹੈ, ਇਹ ਵੀ ਝੂਠ ਦਾ ਹੀ ਪਸਾਰਾ ਹੈ। ਝੂਠੇ ਲਪਟਾਏ ਅਤੇ ਝੂਠੇ ਪਦਾਰਥਾਂ ਵਿੱਚ ਜੀਵ ਲਪਟਿਆ ਹੋਇਆ ਹੈ, ਉਲਝਿਆ ਹੋਇਆ ਹੈ। ਦਾ ਦ੍ਰਿਸ਼ਟਾਂਤ ਸਮਝਾ ਰਹੇ ਹਨ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਮੋਹ ਅਗਿਆਨ ਵੀ ਝੂਠਾ ਹੈ, ਪਸਾਰਾ ਫੈਲਿਆ ਹੋਇਆ ਸੰਸਾਰ ਵੀ ਝੂਠਾ ਹੈ। ਇਸ ਵਿੱਚ ਜੋ ਪਰਵਿਰਤੀ ਹੋ ਰਹੀ ਹੈ, ਪਸਾਰਾ ਪਸਰ ਰਿਹਾ ਹੈ, ਇਸ ਦੇ ਵਿੱਚ ਜੋ ਕੁਝ ਵਰਤ ਰਿਹਾ ਹੈ, ਇਹ ਵੀ ਸਾਰਾ ਝੂਠ ਦਾ ਹੀ ਵਿਹਾਰ ਹੈ। ਝੂਠੇ ਲਪਟਾਏ, ਝੂਠੇ ਪਦਾਰਥਾਂ ਵਿੱਚ ਜੀਵ ਲਪਟਿਆ ਹੋਇਆ ਹੈ। ਅਗਿਆਨ ਕਰਕੇ ਸਾਰੇ ਸੰਸਾਰ ਦਾ ਜੋ ਝੂਠਾ ਪਸਾਰਾ ਹੈ, ਗਿਆਨ ਨਾ ਹੋਣ ਕਰਕੇ ਜਿਹੜਾ ਸਾਰੇ ਸੰਸਾਰ ਦਾ ਝੂਠਾ ਪਸਾਰਾ ਹੈ, ਝੂਠਾ ਪੁਰਖ ਉਸ ਝੂਠੇ ਪਦਾਰਥਾਂ ਵਿੱਚ ਲਪਟਿਆ ਰਹਿੰਦਾ ਹੈ। ਤਿਉ ਹਰ ਜਨ ਹਰ ਧਨ ਸੰਚਿਆ, ਹਰ ਖਰਚ ਲੈ ਜਾਏ। ਤਿਉ ਤਿਵੇਂ ਹਰੀ ਦੇ ਜਨ, ਹਰੀ ਦੇ ਭਗਤ ਜਨਾਂ ਨੇ ਹਰੀ ਦੇ ਨਾਮ ਰੂਪੀ ਧਨ ਨੂੰ ਸੰਚਿਆ, ਇਕੱਠਾ ਕੀਤਾ ਹੈ। ਤਿਉ ਹਰ ਜਨ ਹਰ ਧਨ ਸੰਚਿਆ, ਤਿਵੇਂ ਹਰੀ ਦੇ ਭਗਤ ਜਨਾਂ ਨੇ ਹਰੀ ਦੇ ਨਾਮ ਰੂਪੀ ਧਨ ਨੂੰ ਇਕੱਠਾ ਕੀਤਾ ਹੈ। ਹਰ ਖਰਚ ਲੈ ਜਾਏ, ਇਕੱਤਰ ਕੀਤਾ ਹੈ ਅਤੇ ਪਰਮੇਸ਼ਰ ਦੇ ਨਾਮ ਦਾ ਖਰਚ ਲੈ ਕੇ ਪਰਲੋਕ ਵਿੱਚ ਜਾਂਦੇ ਹਨ, ਸੱਚਖੰਡ ਵਿੱਚ ਜਾਂਦੇ ਹਨ। ਤਿਉ ਹਰ ਜਨ ਹਰ ਧਨ ਸੰਚਿਆ, ਹਰ ਖਰਚ ਲੈ ਜਾਏ। ਤਿਵੇਂ ਹਰੀ ਦੇ ਭਗਤ ਜਨਾਂ ਨੇ ਹਰੀ ਦੇ ਨਾਮ ਰੂਪੀ ਧਨ ਨੂੰ ਇਕੱਠਾ ਕੀਤਾ ਹੈ। ਇਕੱਠਾ ਕੀਤਾ ਹੈ ਤੇ ਸਤਿਗੁਰੂ ਦੇ ਨਾਮ ਦਾ ਖਰਚ ਪੱਲੇ ਨਾਲ ਬੰਨ੍ਹ ਕੇ ਪਰਲੋਕ ਵਿੱਚ ਜਾਂਦੇ ਹਨ, ਜਿੱਥੇ ਇਸ ਦਾ ਨਾਮ ਹੈ, ਜਿਹੜਾ ਹਰੀ ਦੇ ਨਾਮ ਦਾ ਧਨ ਜਿਹੜਾ ਇਕੱਠਾ ਕੀਤਾ ਹੈ, ਉੱਥੇ ਇਸ ਦੇ ਕੰਮ ਆਉਂਦਾ ਜੀਵ ਦੇ। ਚੌਥੇ ਪਦੇ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ। ਇਹ ਚੌਥਾ ਪਦਾ ਜੋ ਤਤ ਸਿਧਾਂਤ ਦਾ ਹੁੰਦਾ ਹੈ, ਇਹ ਤਿੰਨ ਪਦੇ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਜੀ ਨੇ ਸਮਝਾਉਣਾ ਕੀਤੇ ਹਨ। ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕੀਤੇ ਹਨ। ਚੌਥੇ ਪਦੇ ਦੇ ਵਿੱਚ ਮਹਾਰਾਜ ਜੀ ਤਤ ਸਿਧਾਂਤ ਦੀਆਂ ਗੱਲਾਂ ਦੱਸਦੇ ਹਨ। ਇਹੋ ਮਾਇਆ ਮੋਹ ਕਟੰਬ ਹੈ,
ਭਾਏ ਦੂਜੈ ਫਾਸ, ਗੁਰਮਤੀ ਸੋ ਜਨ ਤਰੈ, ਜੋ ਦਾਸਨ ਦਾਸ, ਜਨ ਨਾਨਕ ਨਾਮ ਧਿਆਇਆ, ਗੁਰਮੁਖ ਪ੍ਰਗਾਸ। ਚੌਥੇ ਪਦੇ ਦੇ ਅੰਦਰ ਮਹਾਰਾਜ ਜੀ ਇਉਂ ਸਮਝਾ ਰਹੇ ਹਨ ਕਿ ਇਹੋ ਮਾਇਆ ਮੋਹ ਕੁਟੰਬ ਹੈ। ਇਹ ਜੋ ਮਾਇਆ ਅਤੇ ਕੁਟੰਬ ਪਰਿਵਾਰ ਦਾ ਮੋਹ ਹੈ, ਭਾਏ ਦੂਜੈ ਫਾਸ, ਇਸ ਵਿੱਚ ਦੂਜਾ ਦਵੈਤ ਭਾਵ ਹੋਣ ਕਰਕੇ ਜਮਾਂ ਦੀ ਫਾਹੀ ਪੈਂਦੀ ਹੈ, ਕਾਲ ਦੀ ਫਾਹੀ ਪੈਂਦੀ ਹੈ। ਜਦੋਂ ਇਹ ਦਵੈਤ ਭਾਵ ਹੋਣ ਕਰਕੇ ਕਿ ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣਜਾਰਿਆ, ਜਦੋਂ ਖਸਮ ਮਾਲਕ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੇ ਅਤੇ ਪਰਿਵਾਰ ਦੇ ਮੋਹ ਵਿੱਚ ਲੱਗ ਜਾਂਦਾ ਹੈ, ਉਸ ਪਰਮੇਸ਼ਰ ਨੂੰ ਛੱਡ ਦਿੰਦਾ ਹੈ, ਫਿਰ ਇਸ ਨੂੰ ਕਾਲ ਦੀ ਫਾਹੀ ਪੈਂਦੀ ਹੈ। ਇਹੋ ਮਾਇਆ ਮੋਹ ਕੁਟੰਬ ਹੈ, ਭਾਏ ਦੂਜੈ ਫਾਸ। ਇਹ ਜੋ ਮਾਇਆ ਅਤੇ ਕੁਟੰਬ ਪਰਿਵਾਰ ਦਾ ਮੋਹ ਹੈ, ਇਸ ਵਿੱਚ ਦਵੈਤ ਭਾਵ ਹੋਣ ਕਰਕੇ ਪਰਮੇਸ਼ਰ ਨੂੰ ਛੱਡ ਕੇ ਹੋਰ ਦੀ ਸੇਵਾ ਕਰਨ ਦੇ ਵਿੱਚ ਜਾਂ ਪਰਿਵਾਰ ਤੇ ਮਾਇਆ ਦੇ ਮੋਹ ਵਿੱਚ ਲੱਗਣ ਕਰਕੇ ਜਮਾਂ ਦੀ ਫਾਹੀ ਪੈਂਦੀ ਹੈ, ਕਾਲ ਦੀ ਫਾਹੀ ਪੈਂਦੀ ਹੈ। ਗੁਰਮਤੀ ਸੋ ਜਨ ਤਰੈ, ਜੋ ਦਾਸਨ ਦਾਸ, ਜੋ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਦਾਸਨ ਦਾਸਾਂ ਦਾ ਵੀ ਦਾਸ ਹੁੰਦਾ ਹੈ, ਜੋ ਮਨ ਬਾਣੀ ਬੋਲਣ ਕਰਕੇ ਤੇ ਸਰੀਰ ਕਰਕੇ ਪਰਮੇਸ਼ਰ ਦੇ ਦਾਸਾਂ ਦਾ ਦਾਸ ਹੁੰਦਾ ਹੈ। ਉਹ ਜਨ, ਉਹ ਸੇਵਕ ਗੁਰਮਤ, ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਗੁਰਮਤੀ ਸੋ ਜਨ ਤਰੈ, ਜੋ ਦਾਸਨ ਦਾਸ, ਜੋ ਮਨ ਬਾਣੀ ਸਰੀਰ ਕਰਕੇ ਕਿ ਮਨ ਕਰਕੇ ਬਾਣੀ ਬੋਲਣ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਕਰਕੇ ਤੇ ਬੋਲਣ ਕਰਕੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਤੇ ਸਰੀਰ ਕਰਕੇ ਪਰਮੇਸ਼ਰ ਦੇ ਦਾਸਾਂ ਦਾ ਦਾਸ ਹੋ ਜਾਂਦਾ ਹੈ। ਉਹ ਸੇਵਕ ਗੁਰਮਤੀ, ਗੁਰਮਤ, ਗੁਰੂ ਦੀ ਸਿੱਖਿਆ ਦੁਆਰਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਪ੍ਰਗਾਸ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਸ ਸੇਵਕ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਜਨ ਨਾਨਕ ਨਾਮ ਧਿਆਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਸ ਸੇਵਕ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਸ ਦੇ ਹਿਰਦੇ ਵਿੱਚ ਗੁਰਮੁਖ ਪ੍ਰਗਾਸ, ਗੁਰਮੁਖ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਗਿਆਨ ਦਾ ਪ੍ਰਗਾਸ, ਵਾਹਿਗੁਰੂ ਦੇ ਗਿਆਨ ਦਾ ਪ੍ਰਗਾਸ ਹੋ ਗਿਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਜਨ ਨਾਨਕ ਨਾਮ ਧਿਆਇਆ, ਗੁਰਮੁਖ ਪ੍ਰਗਾਸ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਸ ਸੇਵਕ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਸ ਦੇ ਹਿਰਦੇ ਵਿੱਚ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਗਿਆਨ ਦਾ ਪ੍ਰਗਾਸ ਹੋ ਗਿਆ ਹੈ। ਗੌੜੀ ਬੈਰਾਗਣ ਮਹੱਲਾ ਚੌਥਾ। ਨਿਤ ਦਿਨ ਸਰਾਤ ਲਾਲਚ ਕਰੇ, ਭਰਮੈ ਭਰਮਾਇਆ। ਨਿਤ ਦਿਨ ਰਾਤ ਲਾਲਚ ਕਰੇ, ਭਰਮੈ ਭਰਮਾਇਆ। ਬੇਗਾਰ ਫਿਰੈ ਬੇਗਾਰੀਆ, ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ, ਸੋ ਘਰ ਕੈ ਕੰਮ ਹਰ ਲਾਇਆ। ਮੇਰੇ RAM ਤੋੜ ਬੰਧਨ ਮਾਇਆ, ਘਰ ਕੈ ਕੰਮ ਲਾਏ। ਨਿਤ ਹਰ ਗੁਣ ਗਾਵਹਿ, ਹਰ ਨਾਮ ਸਮਾਈ ਰਹਾਉ। ਨਰ ਪ੍ਰਾਣੀ ਚਾਕਰੀ ਕਰੇ, ਨਰਪਤ ਰਾਜੇ ਆਰਥ ਸਭ ਮਾਇਆ। ਕੈ ਬੰਧੈ ਕੈ ਡਾਨ ਲੇ, ਕੈ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ,
ਜਿਤ ਹਰ ਹਰ ਨਾਮ ਜਾਪ ਹਰ ਸੁਖ ਪਾਇਆ। ਨਿਤ ਸੌਦਾ ਕੂਚ ਕੀਚੈ ਬਹੁ ਭਾਂਤ ਕਰ, ਮਾਇਆ ਕਹਿ ਤਾਈ। ਜਾਂ ਲਾਹਾ ਦੇ ਤਾਂ ਸੁਖ ਮਨੇ, ਟੋਟੈ ਮਰ ਜਾਈ। ਜੋ ਗੁਣ ਸਾਂਝੀ ਗੁਰ ਸਿਉ ਕਰੇ, ਨਿਤ ਨਿਤ ਸੁਖ ਪਾਈ। ਜਿਤਨੀ ਭੂਖ ਅਨ ਰਸ ਸਾਧ ਹੈ, ਤਿਤਨੀ ਭੂਖ ਫਿਰ ਲਾਗੈ। ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੇ ਸਿਰ ਗੁਰ ਆਗੈ। ਜਨ ਨਾਨਕ ਹਰ ਰਸ ਤ੍ਰਿਪਤਿਆ, ਫਿਰ ਭੂਖ ਨਾ ਲਾਗੈ। ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੇ ਸਿਰ ਗੁਰ ਆਗੈ। ਜਨ ਨਾਨਕ ਹਰ ਰਸ ਤ੍ਰਿਪਤਿਆ, ਫਿਰ ਭੂਖ ਨਾ ਲਾਗੈ। ਮਹਾਰਾਜ ਜੀ ਚੌਥੇ ਪਾਤਸ਼ਾਹ ਗੌੜੀ ਬੈਰਾਗਣ, ਗੌੜੀ ਰਾਗ ਦੇ ਅੰਦਰ ਬੈਰਾਗਣ ਜਾਤੀ ਹੈ। ਇਸ ਜਾਤੀ ਦੇ ਅੰਦਰ ਚੌਥੇ ਪਾਤਸ਼ਾਹ ਮਹਾਰਾਜ ਜੀ ਬਾਣੀ ਦੁਆਰਾ ਸਮਝਾ ਰਹੇ ਹਨ। ਨਿਤ ਦਿਨਸ ਰਾਤ ਲਾਲਚ ਕਰੇ, ਭਰਮੈ ਭਰਮਾਇਆ। ਮਹਾਰਾਜ ਜੀ ਕਹਿਣ ਲੱਗੇ, ਇਹ ਜੀਵ ਨਿਤ ਨਿਤਾਂ ਪ੍ਰਤੀ ਦਿਨਸ ਰਾਤ, ਦਿਨ ਅਤੇ ਰਾਤ ਪਦਾਰਥਾਂ ਦੇ ਇਕੱਠਾ ਕਰਨ ਦਾ ਲਾਲਚ, ਲੋਭ ਕਰਦਾ ਰਹਿੰਦਾ ਹੈ। ਨਿਤ ਦਿਨਸ ਰਾਤ ਲਾਲਚ ਕਰੇ ਕਿ ਇਹ ਜੀਵ ਨਿਤ ਨਿਤਾ ਪ੍ਰਤੀ ਦਿਨ ਰਾਤ ਪਦਾਰਥਾਂ ਦੇ ਇਕੱਠੇ ਕਰਨ ਦਾ ਲਾਲਚ, ਲੋਭ ਕਰਦਾ ਰਹਿੰਦਾ ਹੈ। ਇਸੇ ਕਰਕੇ ਭਰਮੈ ਭਰਮਾਇਆ, ਮਾਇਆ ਦੇ ਭਰਮ, ਮਾਇਆ ਦੇ ਭੁਲੇਖੇ ਪਾ ਕੇ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ। ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਜੀਵ ਨਿਤਾ ਪ੍ਰਤੀ ਦਿਨ ਤੇ ਰਾਤ ਪਦਾਰਥਾਂ ਦੇ ਇਕੱਠਾ ਕਰਨ ਦਾ ਲਾਲਚ, ਲੋਭ ਕਰਦਾ ਰਹਿੰਦਾ ਹੈ। ਇਸੇ ਕਰਕੇ ਮਾਇਆ ਦੇ ਭੁਲੇਖੇ ਪਾ ਕੇ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ। ਬੇਗਾਰ ਫਿਰੈ ਬੇਗਾਰੀਆ, ਸਿਰ ਭਾਰ ਉਠਾਇਆ। ਇਹ ਜੀਵ ਬੇਗਾਰੀ ਦੀ ਤਰ੍ਹਾਂ ਪਰਿਵਾਰ ਦੀ ਬੇਗਾਰ ਵਿੱਚ ਕਾਰਜ ਕਰਦਾ ਫਿਰਦਾ ਹੈ। ਬੇਗਾਰੀ ਦਾ ਭਾਵ ਹੈ ਕਿ ਬਿਨਾਂ ਮਜ਼ਦੂਰੀ ਮਿਲੇ ਤੋਂ ਜਾਂ ਥੋੜ੍ਹੀ ਮਜ਼ਦੂਰੀ ਤੇ ਕਿਸੇ ਦੇ ਅਧੀਨ ਰਹਿ ਕੇ ਕੰਮ ਕਰਨ ਵਾਲੇ ਨੂੰ ਬੇਗਾਰੀ ਕਿਹਾ ਜਾਂਦਾ ਹੈ। ਕਿ ਜੋ ਕਿਸੇ ਨੂੰ ਬਿਗਾਰ ਪੈ ਜੇ ਤਾਂ ਉਹ ਕਹਿੰਦਾ ਹੈ ਅੱਜ ਤਾਂ ਬਿਗਾਰ ਪੈ ਗਈ। ਜਿਵੇਂ ਗੱਡੀਆਂ ਵਾਲੇ ਭਾਈ ਹੁੰਦੇ ਹਨ, ਉਹਨਾਂ ਨੂੰ ਮੁਲਾਜ਼ਮਾਂ ਦੀ, ਅਫਸਰਾਂ ਦੀ ਬਿਗਾਰ ਪੈ ਜਾਂਦੀ ਹੈ। ਇਕੱਲੇ ਤੇਲ ਤੇ ਹੀ ਉਹਨਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੈ, ਇਹ ਭਾਵ ਹੈ। ਜਾਂ ਜਿਵੇਂ ਮਰੇ ਹੋਏ ਪਸ਼ੂ ਚੱਕਦੇ ਸੀ, ਬਿਗਾਰੀ ਸੀ, ਉਹ ਥੋੜ੍ਹੇ ਹੀ ਪੈਸਿਆਂ ਤੇ ਬਿਗਾਰ ਕਰਦੇ ਸੀ। ਇਸੇ ਤਰ੍ਹਾਂ ਇਹ ਜੀਵ ਬੇਗਾਰੀ ਦੀ ਤਰ੍ਹਾਂ ਪਰਿਵਾਰ ਦੀ ਬਿਗਾਰ ਵਿੱਚ ਕਾਰਜ ਕਰਦਾ ਹੈ, ਕਾਰਜ ਕਰਦਾ ਫਿਰਦਾ ਹੈ। ਸਿਰ ਭਾਰ ਉਠਾਇਆ, ਇਸਨੇ ਉਹਨਾਂ ਦੇ ਪਾਲਣ ਪੋਸ਼ਣ ਦਾ ਸਿਰ ਉੱਤੇ ਬੋਝ ਉਠਾਇਆ ਹੋਇਆ ਹੈ, ਬੋਝ ਚੁੱਕਿਆ ਹੋਇਆ ਹੈ। ਜਿਵੇਂ ਬਿਗਾਰੀ ਬਿਗਾਰ ਕਰਦਾ ਹੈ, ਇਸੇ ਤਰ੍ਹਾਂ ਇਸ ਜੀਵ ਨੇ ਪਰਿਵਾਰ ਨੂੰ ਪਾਲਣ ਪੋਸ਼ਣ ਦਾ ਸਿਰ ਉੱਤੇ ਬੋਝ ਚੁੱਕਿਆ ਹੋਇਆ ਹੈ। ਜੋ ਗੁਰ ਕੀ ਜਨ ਸੇਵਾ ਕਰੇ, ਸੋ ਘਰ ਕੈ ਕੰਮ ਹਰ ਲਾਇਆ। ਜਿਹੜਾ ਪੁਰਖ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਦਾ ਹੈ, ਉਸ ਨੂੰ ਹਰੀ ਪਰਮੇਸ਼ਰ ਨੇ ਸਾਧ ਸੰਗਤ ਰੂਪੀ ਘਰ ਦੇ ਵਿੱਚ ਨਾਮ ਸਿਮਰਨ ਭਗਤੀ ਰੂਪੀ ਕਾਰਜ ਵਿੱਚ ਲਾਉਣਾ ਕੀਤਾ ਹੈ। ਰਹਾਉ ਦੀਆਂ ਪੰਗਤੀਆਂ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ
ਮੇਰੇ RAM ਤੋੜ ਬੰਧਨ ਮਾਇਆ, ਘਰ ਕੈ ਕੰਮ ਲਾਏ, ਨਿਤ ਹਰ ਗੁਣ ਗਾਵੇ, ਹਰ ਨਾਮ ਸਮਾਏ। ਰਹਾਉ। ਰਹਾਉ ਦੀਆਂ ਪੰਗਤੀਆਂ ਦਾ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਫਰਕ ਹੁੰਦਾ ਹੈ। ਇਹ ਅਰਦਾਸ ਪੂਰਵਕ ਹੁੰਦੀਆਂ ਹਨ, ਪ੍ਰਕਰਨ ਭਾਵ ਬਦਲਦਾ ਹੁੰਦਾ ਹੈ। ਇੱਥੇ ਅਰਦਾਸ ਕਰਨ ਦੀ ਤਰ੍ਹਾਂ ਮਹਾਰਾਜ ਜੀ ਸਮਝਾ ਰਹੇ ਹਨ ਜੀਵ ਨੂੰ ਕਿ ਜੇ ਜੀਵ ਇਸੇ ਤਰ੍ਹਾਂ ਅਰਦਾਸਾਂ ਬੇਨਤੀਆਂ ਕਰੇ ਤਾਂ ਇਸ ਦਾ ਛੁਟਕਾਰਾ ਹੋ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਮੇਰੇ RAM ਤੋੜ ਬੰਧਨ ਮਾਇਆ, ਘਰ ਕੈ ਕੰਮ ਲਾਏ। ਹੇ ਮੇਰੇ ਪਿਆਰੇ RAM ਅਕਾਲ ਪੁਰਖ ਵਾਹਿਗੁਰੂ, ਮੇਰੇ ਵੀ ਮਾਇਆ ਦੇ ਮੋਹ ਦੇ ਬੰਧਨਾਂ ਨੂੰ ਤੋੜ ਕੇ ਮੈਨੂੰ ਵੀ ਸਾਧ ਸੰਗਤ ਰੂਪੀ ਘਰ ਵਿੱਚ ਭਜਨ ਬੰਦਗੀ ਭਗਤੀ ਕਰਨ ਦੇ ਕੰਮ ਵਿੱਚ ਲਾਉਣਾ ਕਰੋ। ਨਿਤ ਹਰ ਗੁਣ ਗਾਵੈ, ਹਰ ਨਾਮ ਸਮਾਏ। ਕਿ ਹੇ ਹਰੀ, ਮੈਂ ਨਿਤਾ ਪ੍ਰਤੀ ਭਾਵ ਦਿਨ ਰਾਤ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰਾਂ ਅਤੇ ਫੇਰ ਹੇ ਪਰਮੇਸ਼ਰ ਤੇਰੇ ਨਾਮ ਵਿੱਚ ਸਮਾ ਜਾਵਾਂ, ਲੀਨ ਹੋ ਜਾਵਾਂ। ਹੇ ਨਾਮੀ ਪਰਮੇਸ਼ਰ ਤੇਰੇ ਸਰੂਪ ਵਿੱਚ ਸਮਾ ਜਾਵਾਂ, ਅਭੇਦ ਹੋ ਜਾਵਾਂ। ਮੇਰੇ RAM ਤੋੜ ਬੰਧਨ ਮਾਇਆ, ਘਰ ਕੈ ਕੰਮ ਲਾਏ, ਨਿਤ ਹਰ ਗੁਣ ਗਾਵੈ, ਹਰ ਨਾਮ ਸਮਾਏ। ਹੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਮੇਰੇ ਵੀ ਮਾਇਆ ਦੇ ਮੋਹ ਦੇ ਬੰਧਨਾਂ ਨੂੰ ਤੋੜ ਕੇ ਮੈਨੂੰ ਵੀ ਸਾਧ ਸੰਗਤ ਰੂਪੀ ਘਰ ਵਿੱਚ ਭਜਨ ਬੰਦਗੀ ਭਗਤੀ ਕਰਨ ਦੇ ਕੰਮ ਵਿੱਚ ਲਾਉਣਾ ਕਰ। ਨਿਤ ਹਰ ਗੁਣ ਗਾਵੈ, ਹਰ ਨਾਮ ਸਮਾਏ। ਹੇ ਹਰੀ, ਮੈਂ ਨਿਤ ਨਿਤਾ ਪ੍ਰਤੀ ਭਾਵ ਦਿਨ ਰਾਤ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰਾਂ ਅਤੇ ਫੇਰ ਹੇ ਪਰਮੇਸ਼ਰ ਤੇਰੇ ਨਾਮ ਵਿੱਚ ਸਮਾ ਜਾਵਾਂ, ਲੀਨ ਹੋ ਜਾਵਾਂ। ਹੇ ਨਾਮੀ ਪਰਮੇਸ਼ਰ ਤੇਰੇ ਰੂਪ ਵਿੱਚ ਸਮਾ ਜਾਵਾਂ, ਅਭੇਦ ਹੋ ਜਾਵਾਂ, ਇਕਮਿਕ ਹੋ ਜਾਵਾਂ। ਰਹਾਉ। ਉਸ ਤੋਂ ਬਾਅਦ ਰਹਾਉ ਦੀਆਂ ਮੰਗਤੀਆਂ ਵੱਖਰੀਆਂ, ਪਿਛਲੇ ਪ੍ਰਕਰਨ ਦੇ ਹਿਸਾਬ ਨਾਲ ਫੇਰ ਇੱਥੇ ਉਹੀ ਪ੍ਰਕਰਨ ਚੱਲ ਪੈਂਦਾ ਹੈ। ਇਹ ਅਰਦਾਸ ਪੂਰਵਕ ਬੇਨਤੀਆਂ ਪੰਗਤੀਆਂ ਹਨ। ਅੱਗੇ ਮਹਾਰਾਜ ਜੀ ਫੇਰ ਇਹ ਪੰਗਤੀਆਂ ਪਿਛਲੀਆਂ ਦੇ ਨਾਲ ਜੋੜਦੇ ਹਨ। ਨਾਰ ਪ੍ਰਾਣੀ ਚਾਕਰੀ ਕਰੇ, ਨਰਪਤ ਰਾਜੇ ਅਰਥ ਸਭ ਮਾਇਆ। ਕੈ ਬੰਧੈ ਕੈ ਡਾਨ ਲੇ, ਕੈ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਮਹਾਰਾਜ ਜੀ ਕਹਿਣ ਲੱਗੇ, ਨਰ ਪ੍ਰਾਣੀ ਚਾਕਰੀ ਕਰੇ। ਜੋ ਪ੍ਰਾਣੀ ਪ੍ਰਾਣ ਧਾਰੀ ਪੁਰਖ ਵੱਡੀ ਤੋਂ ਵੱਡੀ ਚਾਕਰੀ, ਵੱਡੀ ਤੋਂ ਵੱਡੀ ਨੌਕਰੀ ਕਰਦਾ ਹੈ, ਉਹ ਚਾਹੇ ਕਿਸੇ ਨਰਪਤ ਨਰਾਂ ਦੇ ਪਤੀ, ਚੱਕਰਵਰਤੀ ਬਾਦਸ਼ਾਹ ਜਾਂ ਕਿਸੇ ਰਜਵਾੜੇ ਦੇ ਮਾਲਕ, ਛੋਟੇ ਰਾਜੇ ਦੀ ਨੌਕਰੀ ਚਾਕਰੀ ਕਰਦਾ ਹੈ, ਕਿ ਉਹ ਸਭ ਮਾਇਆ ਦੇ ਅਰਥ ਸਭ ਮਾਇਆ ਦੇ ਵਾਸਤੇ ਹੀ ਕਰਦਾ ਹੈ। ਨਾਰ ਪ੍ਰਾਣੀ ਚਾਕਰੀ ਕਰੇ, ਨਰਪਤ ਰਾਜੇ ਅਰਥ ਸਭ ਮਾਇਆ। ਜੋ ਪ੍ਰਾਣੀ ਪ੍ਰਾਣ ਧਾਰੀ ਜੀਵ, ਪ੍ਰਾਣ ਧਾਰੀ ਪੁਰਖ ਚਾਕਰੀ ਕਰੇ, ਵੱਡੀ ਤੋਂ ਵੱਡੀ ਚਾਕਰੀ ਨੌਕਰੀ ਕਰਦਾ ਹੈ, ਉਹ ਚਾਹੇ ਕਿਸੇ ਨਰਪਤ ਨਰਾਂ ਦੇ ਪਤੀ, ਚੱਕਰਵਰਤੀ ਬਾਦਸ਼ਾਹ ਜਾਂ ਕਿਸੇ ਰਜਵਾੜੇ ਦੇ ਮਾਲਕ, ਛੋਟੇ ਰਾਜੇ ਦੀ ਨੌਕਰੀ ਚਾਕਰੀ ਕਰਦਾ ਹੈ, ਉਹ ਸਭ ਮਾਇਆ ਦੇ ਵਾਸਤੇ ਹੀ ਕਰਦਾ ਹੈ। ਪ੍ਰਾਣ ਧਾਰੀ ਨਰ ਪੁਰਖ, ਨਰਪਤ ਨਰਾਂ ਦੇ ਪਤੀ ਭਾਵ ਚੱਕਰਵਰਤੀ ਬਾਦਸ਼ਾਹ ਅਤੇ ਰਜਵਾੜਿਆਂ ਦੇ ਮਾਲਕ ਰਾਜਿਆਂ ਦੀ ਚਾਕਰੀ ਨੌਕਰੀ ਧਨ ਦੀ ਪ੍ਰਾਪਤੀ ਵਾਸਤੇ ਕਰਦੇ ਹਨ, ਪਰ ਉਹ ਸਭ ਸਾਰੀ ਮਾਇਆ ਜ਼ਿਆਦਾਤਰ ਤਾਂ ਰਾਜਿਆਂ ਦੇ ਕੋਲ ਹੀ ਰਹਿ ਜਾਂਦੀ ਹੈ। ਭਾਵੇਂ ਰਾਜੇ ਦੇ ਨੌਕਰੀ ਕਰਦਾ ਹੈ, ਨੌਕਰੀ ਕਰਕੇ ਜਦੋਂ ਧਨ ਕਮਾ ਲੈਂਦਾ ਹੈ ਫਿਰ ਵੀ ਉਹ ਰਾਜਿਆਂ ਦੇ ਕੋਲ ਹੀ ਰਹਿ ਜਾਂਦੀ ਹੈ, ਕਿਉਂਕਿ
ਕੈ ਬੰਧੈ ਕੈ ਡਾਨ ਲੇ ਕੈ ਨਰਪਤ ਮਰ ਜਾਇਆ। ਕਿ ਉਸ ਦਾ ਅੰਤ ਅਕਸਰ ਇਹ ਹੁੰਦਾ ਹੈ ਕਿ ਜਾਂ ਤਾਂ ਰਾਜਾ ਉਹਨਾਂ ਮਨੁੱਖਾਂ ਨੂੰ ਕਿਸੇ ਗੁਨਾਹ ਕਾਰਨ ਕੈਦੀ ਬਣਾ ਕੇ ਬੰਨ੍ਹ ਲੈਂਦਾ ਹੈ, ਜਾਂ ਉਹਨਾਂ ਪਾਸੋਂ ਦੰਨ ਜੁਰਮਾਨਾ ਲਾ ਕੇ ਖੋਹ ਲੈਂਦਾ ਹੈ। ਫਿਰ ਨਰਪਤ, ਫਿਰ ਰਾਜਾ ਹੀ ਮਰ ਜਾਂਦਾ ਹੈ, ਉਹਨਾਂ ਦੀ ਹਕੂਮਤ ਚੁੱਕੀ ਜਾਂਦੀ ਹੈ ਤੇ ਤਨਖਾਹ ਮਿਲਦੀ ਹੀ ਨਹੀਂ। ਪਰ ਸਤਿਗੁਰੂ ਦੀ ਸੇਵਾ ਵਿੱਚ ਅਜਿਹਾ ਘਾਟਾ ਨਹੀਂ ਪੈਂਦਾ। ਜੋ ਰਾਜਿਆਂ ਦੀ ਨੌਕਰੀ ਕਰਨੀ ਹੈ ਕਿ ਉਹ ਜਾਂ ਤਾਂ ਕੋਈ ਜੁਰਮਾਨਾ ਲਾ ਕੇ, ਟੈਕਸ ਲਾ ਕੇ ਆਪਦੇ ਵੱਲ ਲਿਆਉਂਦਾ ਹੈ, ਜਾਂ ਕੋਈ ਦੋਸ਼ ਲਾ ਕੇ ਗੁਨਾਹ ਦੇ ਕਾਰਨ ਕੈਦੀ ਬਣਾ ਲੈਂਦਾ ਹੈ। ਪਰ ਜੇ ਸਤਿਗੁਰਾਂ ਦੀ ਚਾਕਰੀ ਕਰਨੀ ਹੈ, ਮਹਾਰਾਜ ਜੀ ਕਹਿਣ ਲੱਗੇ, ਤਾਂ ਸਤਿਗੁਰਾਂ ਦੀ ਸੇਵਾ ਵਿੱਚ ਅਜਿਹਾ ਘਾਟਾ ਨਹੀਂ ਪੈਂਦਾ ਕਿ ਜਾਂ ਕੈਦ ਕਰ ਲਏ ਜਾਂ ਕੋਈ ਜੁਰਮਾਨਾ ਲਾ ਕੇ ਖੋਹ ਲਵੇ। ਮਹਾਰਾਜ ਜੀ ਕਹਿਣ ਲੱਗੇ, ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਾਪ ਹਰ ਸੁਖ ਪਾਇਆ। ਸਤਿਗੁਰੂ ਦੀ ਸੇਵਾ ਧੰਨ ਧੰਨਤਾ ਦੇ ਯੋਗ ਅਤੇ ਸਫਲੀ ਹੈ। ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਜਿਤ ਸੇਵਾ ਦੁਆਰਾ ਹਰੀ ਪ੍ਰਭੂ ਦੇ ਨਾਮ ਨੂੰ ਜਪ ਕਰਕੇ ਹਰ ਪ੍ਰਕਾਰ ਦੇ ਸੁੱਖਾਂ ਨੂੰ ਪਾਉਣਾ ਕੀਤਾ ਹੈ। ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ। ਇਹ ਜੀਵ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਹਮੇਸ਼ਾ ਹੀ ਬਹੁਤੇ ਤਰੀਕਿਆਂ ਕਰਕੇ ਸੌਦਾ ਪਦਾਰਥ ਤੇ ਹੋਰਨਾਂ ਨੂੰ, ਸੂਦ ਹੁੰਦਾ ਹੈ ਵਿਆਜ ਆਦਿਕ, ਲਾਉਣ ਦਾ ਕੰਮ ਕਰਦਾ ਹੈ। ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ। ਕਿ ਮਾਇਆ ਨੂੰ ਇਕੱਠੀ ਕਰਨ ਵਾਸਤੇ ਇਹ ਜੀਵ ਹਮੇਸ਼ਾ ਹੀ ਬਹੁਤੇ ਤਰੀਕਿਆਂ ਨਾਲ ਸੌਦਾ ਭਾਵ ਪਦਾਰਥ ਤੇ ਹੋਰਨਾਂ ਨੂੰ ਸੂਦ ਵਿਆਜ ਆਦਿਕ ਲਾਉਣ ਦਾ ਕੰਮ ਕਰਦਾ ਹੈ ਕਿ ਇਹਨਾਂ ਤਰੀਕਿਆਂ ਨਾਲ ਮਾਇਆ ਇਕੱਠੀ ਹੋ ਜਾਏ। ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ। ਕਿ ਇਹ ਜੀਵ ਮਾਇਆ ਦੀ ਪ੍ਰਾਪਤੀ ਵਾਸਤੇ ਹਮੇਸ਼ਾ ਹੀ ਬਹੁਤੇ ਤਰੀਕਿਆਂ ਕਰਕੇ ਪਦਾਰਥਾਂ ਤੇ ਹੋਰਨਾਂ ਨੂੰ ਵਿਆਜ ਆਦਿਕ ਲਾਉਣ ਦਾ ਕੰਮ ਕਰਦਾ ਹੈ। ਕਿ ਪਦਾਰਥ ਦੇ ਦੇਣੇ ਦੁੱਗਣੇ ਚੌਗਣਿਆਂ ਤੇ, ਪੈਸਾ ਦੇ ਦੇਣਾ ਵਿਆਜ ਤੇ, ਕਿ ਉਸ ਦੇ ਰਾਹੀਂ ਪੈਸਾ ਇਕੱਠਾ ਹੋਵੇ। ਮਾਇਆ ਦੇ ਵਾਸਤੇ ਇਹ ਕੰਮ ਕਰਦਾ ਹੈ। ਜਾਂ ਲਾਹਾ ਦੇ ਤਾਂ ਸੁਖ ਮਨੇ ਟੋਟੈ ਮਰ ਜਾਈ। ਜਦੋਂ ਉਹ ਵਣਜ ਵਪਾਰ ਲਾਭ ਦੇ ਦਿੰਦਾ ਹੈ, ਜਾਂ ਲਾਹਾ ਦੇ, ਜਾਂ ਜਦੋਂ ਇਹ ਕੀਤਾ ਹੋਇਆ ਕੰਮ ਜੋ ਵਿਆਜ ਤੇ ਪੈਸੇ ਜਾਂ ਪਦਾਰਥ ਦੁੱਗਣਿਆਂ ਤੇ ਦੇਣੇ ਹੈ, ਜਦੋਂ ਉਹ ਵਣਜ ਉਹ ਵਪਾਰ ਲਾਭ ਦੇ ਦਿੰਦਾ ਹੈ, ਉਸ ਦਾ ਨਫਾ ਹੋ ਜਾਂਦਾ ਹੈ, ਤਾਂ ਸੁਖ ਮਨੇ, ਤਾਦ ਮਨ ਵਿੱਚ ਸੁੱਖ ਮੰਨਦਾ ਹੈ ਕਿ ਇੰਨਾ ਪੈਸਾ ਇਕੱਠਾ ਹੋ ਗਿਆ, ਇੰਨੇ ਪਦਾਰਥ ਇਕੱਠੇ ਹੋ ਗਏ, ਸੁੱਖ ਮੰਨਦਾ ਹੈ। ਟੋਟੈ ਮਰ ਜਾਈ। ਜੇਕਰ ਘਾਟਾ ਪੈ ਜਾਏ ਤਾਂ ਮਾਨੋ ਮਰ ਹੀ ਜਾਂਦਾ ਹੈ। ਇਸੇ ਪ੍ਰਕਾਰ ਜੇਕਰ ਜੀਵ ਨੂੰ ਵਿਸ਼ਿਆਂ ਦਾ ਸੁੱਖ ਰੂਪੀ ਲਾਹਾ ਮਿਲ ਜਾਏ ਤਾਂ ਸੁੱਖ ਮੰਨਦਾ ਹੈ। ਤੇ ਜੇਕਰ ਕਿਸੇ ਇੱਕ ਸੰਬੰਧੀ ਜਾਂ ਵਿਸ਼ਿਆਂ ਆਦਿਕ ਦਾ ਵਿਜੋਗ ਹੋ ਜਾਵੇ, ਸਰੀਰ ਰੋਗੀ ਹੋ ਜਾਵੇ, ਤਾਂ ਘਾਟੇ ਵਿੱਚ ਮਰ ਹੀ ਜਾਂਦਾ ਹੈ। ਅਰਥਾਤ ਜੀਵ ਸੁੱਖ ਦੁੱਖ ਵਿੱਚ ਹੀ ਬੱਝਿਆ ਰਹਿੰਦਾ ਹੈ। ਜੋ ਗੁਣ ਸਾਂਝੀ ਗੁਰ ਸਿਉ ਕਰੇ, ਨਿਤ ਨਿਤ ਸੁਖ ਪਾਈ। ਹੇ ਭਾਈ, ਜੋ ਪੁਰਖ ਜੋ ਜੀਵ ਗੁਰਾਂ ਦੇ ਤਾਈ ਤਾਨ ਮਾਨ ਧਨ ਦੇ ਕੇ ਸ੍ਰੇਸ਼ਟ ਗੁਣਾਂ ਦੀ ਸਾਂਝੀ ਵਾਲਤਾ ਕਰਦਾ ਹੈ, ਉਹ ਗੁਰਸਿੱਖ ਨਿਤ ਨਿਤ ਸੁਖ ਪਾਈ। ਨਿਤਾ ਪ੍ਰਤੀ ਸੁਖ ਪ੍ਰਾਪਤ ਕਰਦਾ ਹੈ। ਜੋ ਗੁਣ ਸਾਂਝੀ ਗੁਰ ਸਿਉ ਕਰੇ। ਕਿ ਹੇ ਭਾਈ, ਜੋ ਪੁਰਸ਼
ਗੁਰਾਂ ਦੇ ਤਾਈਂ ਤਨ ਮਨ ਧਨ ਦੇ ਕੇ ਸ੍ਰੇਸ਼ਟ ਗੁਣਾਂ ਦੀ ਸਾਂਝੀ ਵਾਲਤਾ ਕਰਦਾ ਹੈ। ਉਹ ਗੁਰਸਿੱਖ ਨਿਤਾ ਪ੍ਰਤੀ ਸੁਖ ਪ੍ਰਾਪਤ ਕਰਦਾ ਹੈ। ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿੰਨੀ ਤ੍ਰਿਸ਼ਾਲੂ ਪੁਰਖ ਨੂੰ ਅਨ ਰਸ ਹੋਰਨਾਂ ਪਦਾਰਥਾਂ ਦੇ ਰਸਾਂ ਦੇ ਸਵਾਦ ਦੀ ਭੁੱਖ ਹੈ, ਜੇਕਰ ਉਹ ਪਦਾਰਥ ਪ੍ਰਾਪਤ ਹੋ ਜਾਣ ਤਾਂ ਫਿਰ ਵੀ ਉਸ ਨੂੰ ਉਤਨੀ ਹੋਰ ਪਦਾਰਥਾਂ ਦੇ ਪ੍ਰਾਪਤ ਕਰਨ ਦੀ ਭੁੱਖ ਲੱਗੀ ਰਹਿੰਦੀ ਹੈ। ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ। ਹੇ ਭਾਈ, ਜਿੰਨੀ ਤ੍ਰਿਸ਼ਾਲੂ ਪੁਰਖ ਨੂੰ ਅਨ ਰਸ ਹੋਰ ਨਾ ਪਦਾਰਥਾਂ ਦੇ ਰਸਾਂ ਦੇ ਸਵਾਦ ਦੀ ਭੁੱਖ ਹੈ, ਜੇਕਰ ਉਹ ਪਦਾਰਥ ਭੁੱਖ ਮੁਤਾਬਕ ਪ੍ਰਾਪਤ ਵੀ ਹੋ ਜਾਣ ਤਾਂ ਫਿਰ ਵੀ ਉਸ ਨੂੰ ਉਤਨੀ ਹੋਰ ਪਦਾਰਥਾਂ ਦੀ ਪ੍ਰਾਪਤ ਕਰਨ ਦੀ ਭੁੱਖ ਲੱਗੀ ਰਹਿੰਦੀ ਹੈ ਕਿ ਇਤਨੇ ਹੋਰ ਮਿਲ ਜਾਣ, ਫੇਰ ਮਿਲ ਜਾਂਦੇ, ਇਤਨੇ ਹੋਰ ਮਿਲ ਜਾਣ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਮਹਾਰਾਜ ਜੀ ਕਹਿਣ ਲੱਗੇ, ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ। ਜਿਸ ਜੀਵ ਤੇ ਹਰੀ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੋ ਵੇਚੇ ਸਿਰ ਗੁਰ ਆਗੈ। ਉਹ ਹੀ ਪੁਰਸ਼ ਹਉਮੈ ਹੰਕਾਰ ਰੂਪੀ ਸਿਰ ਨੂੰ ਸਤਿਗੁਰੂ ਸਾਹਿਬ ਅੱਗੇ ਵੇਚ ਦਿੰਦਾ ਹੈ। ਭਾਵ ਵਿਕਾਰਾਂ ਨੂੰ ਮੇਟ ਕੇ ਗੁਰੂ ਸਾਹਿਬ ਜੀ ਦਾ ਬਣ ਜਾਂਦਾ ਹੈ। ਸਤਿਗੁਰੂ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਕਿ ਮਹਾਰਾਜ ਜੀ ਕਥਨ ਕਰਦੇ ਹਨ, ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ। ਜਿਸ ਜੀਵ ਤੇ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਹੀ ਪੁਰਸ਼ ਹਉਮੈ ਹੰਕਾਰ ਰੂਪੀ ਸਿਰ ਨੂੰ ਸਤਿਗੁਰੂ ਸਾਹਿਬ ਜੀ ਅੱਗੇ ਵੇਚ ਦਿੰਦਾ ਹੈ। ਭਾਵ ਵਿਕਾਰਾਂ ਨੂੰ ਮੇਟ ਕੇ ਗੁਰੂ ਸਾਹਿਬ ਜੀ ਦਾ ਬਣ ਜਾਂਦਾ ਹੈ। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਸ ਪੁਰਖ ਦਾ ਮਨ ਹਰੀ ਦੇ ਪ੍ਰੇਮ ਰਸ, ਨਾਮ ਰਸ, ਬ੍ਰਹਮ ਰਸ ਵਿੱਚ ਤ੍ਰਿਪਤਿਆ ਹੈ, ਰੱਜ ਗਿਆ ਹੈ। ਉਸ ਨੂੰ ਕਦੇ ਵੀ ਦੁਨੀਆ ਦੇ ਪਦਾਰਥਾਂ ਦੀ ਆਸਾ ਤ੍ਰਿਸ਼ਨਾ ਭੁੱਖ ਨਹੀਂ ਲੱਗਦੀ। ਕਿ ਜਿਸ ਪੁਰਖ ਨੇ ਵਾਹਿਗੁਰੂ ਅੱਗੇ, ਜਿਸ ਜੀਵ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹ ਹੀ ਪੁਰਸ਼ ਹਉਮੈ ਹੰਕਾਰ ਰੂਪੀ ਸਿਰ ਸਤਿਗੁਰੂ ਅੱਗੇ ਵੇਚ ਦਿੰਦਾ ਹੈ। ਭਾਵ ਵਿਕਾਰਾਂ ਨੂੰ ਮੇਟ ਕੇ ਗੁਰੂ ਸਾਹਿਬ ਜੀ ਦਾ ਬਣ ਜਾਂਦਾ ਹੈ। ਕਿ ਉਸ ਪੁਰਖ ਦਾ ਮਨ ਹਰੀ ਦੇ ਪ੍ਰੇਮ ਰਸ, ਨਾਮ ਰਸ, ਬ੍ਰਹਮ ਰਸ ਵਿੱਚ ਰੱਜ ਗਿਆ ਹੈ। ਫਿਰ ਉਸ ਨੂੰ ਕਦੇ ਵੀ ਭੂਖ ਨਾ ਲਾਗੈ। ਦੁਨੀਆ ਦੇ ਪਦਾਰਥਾਂ ਦੀ ਭੁੱਖ ਆਸਾ ਰੂਪੀ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਲੱਗਦੀ। ਗੌੜੀ ਬੈਰਾਗਣ ਮਹੱਲਾ ਚੌਥਾ। ਹਮਰੈ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ। ਮਹਾਰਾਜ ਜੀ ਚੌਥੇ ਪਾਤਸ਼ਾਹ ਸਮਝਾ ਰਹੇ ਹਨ ਗੌੜੀ ਬੈਰਾਗਣ ਦੇ ਅੰਦਰ ਕਿ ਮਹਾਰਾਜ ਜੀ ਕਹਿਣ ਲੱਗੇ, ਹਮਰੈ ਮਾਨ ਚਿੱਤ ਹਰ ਆਸ ਨਿਤ। ਹੇ ਪਰਮੇਸ਼ਰ, ਹੇ ਵਾਹਿਗੁਰੂ, ਸਾਡੇ ਮਨ ਤੇ ਚਿੱਤ ਵਿੱਚ ਨਿਤਾ ਪ੍ਰਤੀ ਇਹ ਆਸ, ਇਹ ਉਮੀਦ ਲੱਗੀ ਰਹਿੰਦੀ ਹੈ ਕਿ ਕਿਉਂ ਦੇਖਾਂ ਹਰ ਦਰਸ ਤੁਮਾਰਾ। ਕਿ ਤੁਹਾਡਾ ਦਰਸ਼ਨ ਕਿਸ ਪ੍ਰਕਾਰ ਦੇਖਣਾ ਕਰਾਂ। ਹਮਰੈ ਮਾਨ ਚਿੱਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ।
ਕਿ ਹੇ ਪਰਮੇਸ਼ਰ, ਸਾਡੇ ਮਨ ਤੇ ਚਿੱਤ ਵਿੱਚ ਨਿਤਾ ਪ੍ਰਤੀ ਇਹ ਉਮੀਦ ਲੱਗੀ ਰਹਿੰਦੀ ਹੈ ਕਿ ਤੁਹਾਡਾ ਦਰਸ਼ਨ ਕਿਸ ਪ੍ਰਕਾਰ ਦੇਖਣਾ ਕਰਾਂ। ਜਿਨ ਪ੍ਰੀਤ ਲਾਈ ਸੋ ਜਾਣਤਾ। ਜਿਸ ਪੁਰਖ ਨੇ ਤੇਰੇ ਨਾਮ ਨਾਲ ਪ੍ਰੀਤੀ ਲਾਉਣਾ ਕੀਤੀ ਹੈ, ਸੋ ਜਾਣਤਾ ਉਹ ਹੀ ਜਾਣਦਾ ਹੈ। ਜਿਸ ਗੁਰਾਂ ਨੇ ਸਿੱਖਾਂ ਦੇ ਹਿਰਦੇ ਅੰਦਰੋਂ ਪ੍ਰੀਤੀ ਲਾਉਣਾ ਕੀਤੀ ਹੈ, ਉਹੀ ਗੁਰੂ ਸਾਹਿਬ ਜੀ ਨੂੰ ਜਾਣਦਾ ਹੈ। ਜਿਸ ਵਾਹਿਗੁਰੂ ਨੇ ਆਪਣੇ ਸੰਤਾਂ ਭਗਤਾਂ ਨੂੰ ਜੋ ਪ੍ਰੀਤੀ ਲਾਈ ਹੈ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਅਤੇ ਹਮਰੈ ਮਨ ਚਿੱਤ ਹਰ ਬਹੁਤ ਪਿਆਰਾ, ਕਿ ਹਮਰੈ ਸਾਡੇ ਮਨ ਤੇ ਚਿੱਤ ਵਿੱਚ ਵੀ ਪਰਮੇਸ਼ਰ ਅਤੇ ਅੰਤ ਹੀ ਪਿਆਰਾ ਹੈ। ਹੇ ਸੱਚੇ ਪਾਤਸ਼ਾਹ, ਤੂੰ ਸਾਡੇ ਮਨ ਦੀ ਚਿਤਵਨੀ ਵਿੱਚ ਬਹੁਤ ਪਿਆਰਾ ਹੈ। ਹਉ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਹਉ ਕੁਰਬਾਨੀ ਗੁਰ ਆਪਣੇ। ਇਸ ਕਰਕੇ ਹਉ ਅਸੀਂ ਆਪਣੇ ਗੁਰੂ ਸਾਹਿਬ ਜੀ ਤੋਂ ਕੁਰਬਾਨੀ ਬਲਿਹਾਰ ਜਾਂਦੇ ਹਾਂ। ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ, ਜਿਨ੍ਹਾਂ ਨੇ ਸਾਡਾ ਸਿਰਜਣਹਾਰਾ ਜਗਤ ਰਚਣ ਸ਼੍ਰੋਮਣੀ ਪ੍ਰਭੂ ਜੋ ਕਈ ਜਨਮਾਂ ਦਾ ਵਿਛੜਿਆ ਹੋਇਆ ਸੀ, ਉਸ ਨੂੰ ਮੇਲ ਦਿੱਤਾ ਹੈ, ਉਸ ਨਾਲ ਸਾਨੂੰ ਮਿਲਾ ਦਿੱਤਾ ਹੈ। ਅਸੀਂ ਆਪਣੇ ਗੁਰੂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਮੇਰੇ RAM ਹਮ ਪਾਪੀ ਸਰਨ ਪਰੇ ਹਰ ਦੁਆਰ। ਹੇ ਮੇਰੇ RAM, ਹੇ ਮੇਰੇ ਭਾਈ, ਅਸੀਂ ਪਾਪੀ ਜੀਵ ਪਰਮੇਸ਼ਰ ਦੇ ਸਤਸੰਗ ਰੂਪੀ ਦਰਬਾਰ ਦੀ ਸ਼ਰਨ ਵਿੱਚ ਪਏ ਹਾਂ ਤੇ ਇਹੀ ਆਸ ਰੱਖਦੇ ਹਾਂ ਕਿ ਮਤ ਨਿਰਗੁਣ ਹਮ ਮੈਲੇ ਕਬਹੂ ਆਪਣੀ ਕਿਰਪਾ ਧਾਰ। ਉਹ ਪਰਮੇਸ਼ਰ ਆਪਣੀ ਕਿਰਪਾ, ਆਪਣੀ ਦਇਆ ਦ੍ਰਿਸ਼ਟੀ ਧਾਰ ਕੇ ਮਤਾ ਸਾਨੂੰ ਨਿਰਗੁਣ ਸ਼ੁਭ ਗੁਣਾ ਤੇ ਹੁਣਿਆਂ ਨੂੰ ਕਦੇ ਆਪਣੇ ਨਾਲ ਮੇਲ ਹੀ ਲਵੋ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਵਾਰ ਵਾਰ ਹਰ ਗਣਤ ਨਾ ਆਵੈ। ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਵਾਰ ਵਾਰ ਹਰ ਗਣਤ ਨਾ ਆਵੈ। ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ, ਹੇ ਪ੍ਰਭੂ, ਸਾਡੇ ਵਿੱਚ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਬਹੁਤ ਹੀ ਜ਼ਿਆਦਾ ਔਗਣ ਹਨ। ਬਹੁ ਵਾਰ ਵਾਰ ਹਰ ਗਣਤ ਨਾ ਆਵੈ, ਜੋ ਬਾਰੰਬਾਰ ਗਿਣਤੀ ਵਿੱਚ ਨਹੀਂ ਆ ਸਕਦੇ। ਸਾਡਾ ਬਾਰ ਰੋਮ ਰੋਮ ਔਗਣਾਂ ਦੇ ਨਾਲ ਬਿੰਨਿਆ ਹੋਇਆ ਹੈ। ਦਿਨੋਂ ਦਿਨ ਅਸੀਂ ਔਗਣ ਹੀ ਕਰਦੇ ਹਾਂ, ਵਾਰੀ ਔਗਣ ਕਰਦੇ ਹਾਂ। ਸਾਡੇ ਇਤਨੇ ਔਗਣ ਹਨ ਕਿ ਗਿਣਤੀ ਹੀ ਨਹੀਂ ਆ ਸਕਦੀ। ਜੈਸਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਜੀ ਅਗਲੀ ਪੰਕਤੀ ਅੰਦਰ ਸਮਝਾ ਰਹੇ ਹਨ, ਤੂੰ ਗੁਣਵੰਤਾ ਹਰ ਹਰ ਦਿਆਲ। ਹੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ, ਤੂੰ ਗੁਣਵੰਤਾ, ਸ਼ੁਭ ਗੁਣਾ ਦੇ ਸਹਿਤ ਤੇ ਦਿਆਲੂ ਸੁਭਾਅ ਵਾਲਾ ਹੈ। ਦਿਆਲੂ ਸੁਭਾਅ ਵਾਲਾ ਹੈ। ਹਰ ਆਪੇ ਬਖਸ਼ ਲੈ ਹਰ ਭਾਵੈ, ਕਿ ਜੇਕਰ ਤੈਨੂੰ ਭਾ ਜਾਈਏ, ਤੂੰ ਸਾਡੇ ਔਗੁਣਾਂ ਨੂੰ ਬਖਸ਼ ਕੇ ਆਪਣੇ ਨਾਲ ਮੇਲ ਲੈਂਦਾ ਹੈ। ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੇਰਾ ਸਿਮਰਨ ਭਾਇਆ ਹੈ, ਉਹਨਾਂ ਨੂੰ ਤੂੰ ਬਖਸ਼ਿਸ਼ ਕਰਕੇ ਮੇਲ ਲੈਂਦਾ ਹੈ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਹਮ ਅਪਰਾਧੀ ਰਾਖੇ ਗੁਰ ਸੰਗਤੀ। ਹੇ ਹਰੀ, ਹੇ ਪਰਮੇਸ਼ਰ, ਸਾਨੂੰ ਅਪਰਾਧੀ ਔਗਣ ਹਾਰਿਆਂ ਨੂੰ ਗੁਰਾਂ ਦੀ ਸੰਗਤ ਵਿੱਚ ਮਿਲਾ ਕੇ ਤੂੰ ਰੱਖ ਲਿਆ ਹੈ।
ਉਪਦੇਸ਼ ਦਿਓ ਹਰ ਨਾਮ ਛੁਡਾਵੈ। ਕਿ ਅਤੇ ਗੁਰਾਂ ਨੇ ਤੇਰੇ ਨਾਮ ਦਾ ਉਪਦੇਸ਼ ਦਿੱਤਾ ਹੈ, ਜੋ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾ ਲਏਗਾ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ, ਜਾਬ ਗੁਰ ਬੋਲਹਿ ਤਾਬ ਬਿਸਮ ਹੋਏ ਜਾਏ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨਿਮਰਤਾ ਦੇ ਸਹਿਤ ਉਚਾਰਨ ਕਰਦੇ ਹਨ ਕਿ ਹੇ ਮੇਰੇ ਗੁਰੂ ਅਮਰਦਾਸ ਸਾਹਿਬ ਜੀ, ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣ ਆਖਾਂ। ਜਦੋਂ ਤੁਸੀਂ ਮੈਨੂੰ ਆਪਣੀ ਗੱਦੀ ਤੇ ਬਿਠਾ ਕੇ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਕਿ ਗੁਰੂ ਰਾਮਦਾਸ ਜੀ ਸਾਡਾ ਹੀ ਸਰੂਪ ਹਨ, ਇਹ ਸੁਣ ਕੇ ਅਸੀਂ ਹੈਰਾਨ ਹੋ ਗਏ ਕਿ ਸਾਡੇ ਵਿੱਚ ਤਾਂ ਕੋਈ ਗੁਣ ਨਹੀਂ ਸੀ, ਪਰ ਫਿਰ ਵੀ ਆਪ ਜੀ ਨੇ ਸਾਡੇ ਉੱਤੇ ਇਤਨੀ ਬਖਸ਼ਿਸ਼ ਕੀਤੀ ਹੈ। ਹੇ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ, ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰਾਂ। ਜਬ ਗੁਰ ਬੋਲਹਿ ਤਾਬ ਬਿਸਮ ਹੋਏ ਜਾਏ। ਜਦੋਂ ਤੁਸੀਂ ਆਪਣੇ ਪਾਵਨ ਮੁਖ ਤੋਂ ਕਿਰਪਾ ਰੂਪੀ ਉਪਦੇਸ਼ ਬੋਲਦੇ ਹੋ, ਅਸੀਂ ਬਿਸਮਾਦ, ਅਸੀਂ ਹੈਰਾਨ ਹੋ ਜਾਂਦੇ ਹਾਂ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਹੇ ਮਹਾਰਾਜ, ਸਾਡੇ ਵਰਗੇ ਅਪਰਾਧੀ ਗੁਨਾਹਗਾਰਾਂ ਨੂੰ ਹੋਰ ਕੋਈ ਰੱਖ ਸਕਦਾ ਹੈ, ਭਾਵ ਕੋਈ ਨਹੀਂ ਰੱਖ ਸਕਦਾ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਹੇ ਮਹਾਰਾਜ, ਸਾਡੇ ਵਰਗੇ ਅਪਰਾਧੀ ਗੁਨਾਹਗਾਰਾਂ ਨੂੰ ਹੋਰ ਕੋਈ ਰੱਖ ਸਕਦਾ ਹੈ, ਭਾਵ ਕੋਈ ਨਹੀਂ ਰੱਖ ਸਕਦਾ। ਜੈਸੇ ਹਮ ਸਤਿਗੁਰ ਰਾਖ ਲਿਏ ਛਡਾਏ। ਕਿ ਹੇ ਸਤਿਗੁਰੂ, ਜਿਸ ਪ੍ਰਕਾਰ ਆਪ ਜੀ ਨੇ ਸਾਨੂੰ ਜਨਮ ਮਰਨ ਦੇ ਬੰਧਨਾਂ ਤੋਂ ਛੁਡਾ ਕੇ ਆਪਣੀ ਸ਼ਰਨ ਵਿੱਚ ਰੱਖ ਲਿਆ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਵ ਮੇਰਾ ਸਖਾ ਸਖਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਗੁਰੂ ਸਾਹਿਬ ਜੀ, ਤੂੰ ਹੀ ਸਾਡਾ ਪਿਤਾ, ਤੂੰ ਹੀ ਸਾਡਾ ਪਿਓ ਰੂਪ ਹੈ। ਹੇ ਗੁਰੂ ਸਾਹਿਬ ਜੀ, ਤੂੰ ਹੀ ਸਾਡਾ ਮਾਤਾ ਰੂਪ ਹੈ। ਹੇ ਗੁਰੂ ਜੀ, ਤੂੰ ਹੀ ਸਾਡਾ ਬੰਧਵ ਸੰਬੰਧੀ ਰੂਪ ਹੈ ਅਤੇ ਤੂੰ ਹੀ ਸਾਡਾ ਇਸ ਲੋਕ ਦਾ ਪਿਆਰਾ ਮਿੱਤਰ ਤੇ ਪਰਲੋਕ ਦਾ ਸਖਾਏ ਸਹਾਇਤਾ ਕਰਨ ਵਾਲਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ। ਕਿ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ। ਮਹਾਰਾਜ ਜੀ ਕਹਿਣ ਲੱਗੇ ਕਿ ਹੇ ਸਤਿਗੁਰੂ ਸਾਹਿਬ ਜੀ, ਜੋ ਹਮਰੀ ਸਾਡੀ ਔਗਣਾ ਦੇ ਭਰਿਆ ਹੋਇਆਂ ਦੀ ਵਿਦ ਹਾਲਤ ਹੁੰਦੀ ਸੀ, ਉਹ ਵਿਦ ਉਹ ਹਾਲਤ ਨੂੰ ਤੁਸੀਂ ਹਰ ਪ੍ਰਕਾਰ ਭਲੀ ਭਾਤ ਜਾਣਦੇ ਹੋ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਿ ਅਸੀਂ ਔਗਣਾ ਕਰਕੇ ਰੁਲਦੇ ਫਿਰਦੇ ਸੀ, ਸਾਡੀ ਕੋਈ ਬਾਤ, ਸਾਡੀ ਕੋਈ ਗੱਲ ਨਹੀਂ ਪੁੱਛਦਾ ਸੀ। ਪਰ ਹੇ ਗੁਰੂ ਪੂਜਨੀਕ ਸਤਿਗੁਰੂ ਜੀ, ਤੁਹਾਡੀ ਸੰਗਤ ਦੇ ਨਾਲ ਮਿਲ ਕੇ ਅਸੀਂ ਕੀਰੇ, ਅਸੀਂ ਕੀੜੇ, ਭਾਵ ਤੁਸ ਜੀਵ ਉੱਚ ਪਦਵੀ ਤੇ ਥਾਪੇ ਸਥਾਪਿਤ ਕਰ ਦਿੱਤੇ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨਿਮਰਤਾ ਦੇ ਸਰੂਪ ਇਹਨਾਂ ਉਪਰੋਕਤ ਪੰਕਤੀਆਂ ਵਿੱਚ ਆਪਣੇ ਜੀਵਨ ਬਾਰੇ ਵਰਣਨ ਕਰਦੇ ਹਨ ਕਿ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਜੋ ਹਮਰੀ ਸਾਡੀ ਗਰੀਬੀ ਦੀ ਵਿਧ ਹਾਲਤ ਸੀ ਕਿ ਮਾਪਿਆਂ ਨੇ ਸਾਨੂੰ ਘੁੰਗਣੀਆਂ ਵੇਚਣ ਵਾਸਤੇ ਲਾਹੌਰ ਸ਼ਹਿਰ ਦੇ ਡੱਬੀ ਬਾਜ਼ਾਰ ਵਿੱਚ ਭੇਜ ਦਿੱਤਾ ਸੀ, ਉਸ ਗਰੀਬੀ ਦੀ ਵਿਧ ਹਾਲਤ ਨੂੰ ਤੁਸੀਂ ਹਰ ਪ੍ਰਕਾਰ ਭਲੀ ਭਾਂਤ ਜਾਣਦੇ ਸੀ। ਅਸੀਂ ਘੁੰਗਣੀਆਂ ਵੇਚਦੇ ਹੋਏ ਗਲੀਆਂ ਬਾਜ਼ਾਰਾਂ ਵਿੱਚ ਰੁਲਦੇ ਫਿਰਦੇ ਸੀ, ਸਾਡੀ ਕੋਈ ਬਾਤ, ਸਾਡੀ ਕੋਈ ਗੱਲ ਨਹੀਂ ਸੀ ਪੁੱਛਦਾ। ਹੇ ਪੂਜਨੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ,
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਸਾਨੂੰ ਕੀੜੇ ਕੀੜਿਆਂ ਨੂੰ ਆਪਣੇ ਨਾਲ ਰੱਖ ਕੇ ਗੁਰਤਾ ਗੱਦੀ ਬਖਸ਼ ਕੇ ਆਪਣੀ ਥਾਂ ਤੇ ਚੌਥਾ ਸਰੂਪ ਬਣਾ ਦਿੱਤਾ। ਇਉਂ ਸਾਨੂੰ ਕੀੜਿਆਂ ਨੂੰ ਗੁਰਤਾ ਗੱਦੀ ਬਖਸ਼ ਕੇ ਬ੍ਰਹਮ ਰੂਪ ਬਣਾ ਕੇ ਥਾਪੇ ਹੁੰਦਾ ਸਥਾਪਿਤ ਕਰ ਦਿੱਤਾ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਮਹਾਰਾਜ ਜੀ ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜਿਸ ਦਾਸ ਦਾ ਪਿਆਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨਤਾ ਦੇ ਯੋਗ ਹੈ। ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ, ਜਿਤ ਜਿਸ ਨੂੰ ਮਿਲਿਆ ਮਿਲਣ ਕਰਕੇ ਵਿਛੋੜੇ ਦੇ ਸੋਗ ਵਿਛੋੜੇ ਦੀ ਚਿੰਤਾ ਅਤੇ ਸੰਤਾਪੇ ਚਿੱਤ ਦੇ ਤਾਪਣ ਰੂਪ ਆਦਿ ਵਿਆਧੀ ਉਪਾਧੀ ਜੰਮਣ ਮਰਨ ਆਦਿਕ ਸਾਰੇ ਦੁੱਖ ਦੂਰ ਹੋ ਗਏ ਹਨ, ਭਾਵ ਨਾਸ ਹੋ ਗਏ ਹਨ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਇਸ ਦਾਸ ਦਾ ਪਿਆਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨਤਾ ਦੇ ਯੋਗ ਹੈ, ਜਿਸ ਨੂੰ ਮਿਲਣੇ ਕਰਕੇ ਵਿਛੋੜੇ ਦੇ ਚਿੰਤਾ ਦੇ ਤੇ ਚਿੱਤ ਦੇ ਤਾਪਣ ਰੂਪੀ ਆਦਿ ਵਿਆਧੀ ਉਪਾਧੀ ਜੰਮਣ ਮਰਨ ਆਦਿਕ ਸਾਰੇ ਦੁੱਖ ਦੂਰ ਹੋ ਗਏ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰੂ ਰਾਮਦਾਸ ਜੀ ਨੇ ਕੁਝ ਆਪਣੇ ਜੀਵਨ ਦੀ ਵੀ ਝਾਕੀ ਦਿਖਾਈ ਹੈ ਕਿ ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰਬਾਣੀ ਪੜ੍ਹਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸੀ। ਮਹਾਰਾਜ ਜੀ ਕਿਰਪਾ ਕਰਨ ਕਿ ਬਾਣੀ ਪੜ੍ਹੀ ਹੋਈ ਸੱਚਖੰਡ ਵਿੱਚ ਪ੍ਰਵਾਨ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ, ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸ ਬੇਨਤੀਆਂ ਕਰੀਏ। ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ੋ ਕਿ ਨਾਮ ਹਿਰਦੇ ਵਿੱਚ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਦਾ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾ ਰਾਗ ਰਤਨ ਪਰਵਾਰ ਪਰੀਆਂ, ਸਾਵਦ ਗਾਵਣ ਸਬਦੋ ਹਰਿ।